बेहद दुखदाई खबर ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ। ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਸਾਡੇ ਵਿਚਕਾਰ ਨਹੀਂ ਰਹੇ। ਦਰਦਨਾਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੀ ਪਤਨੀ ਦੀ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਦਰਅਸਲ ਆਪਣੇ ਸਟਾਫ ਮੈਂਬਰਾਂ ਦੇ ਨਾਲ ਤਮਿਲਨਾਡੂ ਦੇ ਵਿੱਚ ਇੱਕ ਲੈਕਚਰ ਦੇ ਲਈ ਜਾ ਰਹੇ ਸਨ ਜਦੋਂ ਸੈਨਾ ਦਾ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਹੈ ਤੇ ਇਸੇ ਹੀ ਦਰਦਨਾਕ ਹਾਦਸੇ ਦੇ ਵਿੱਚ CDS ਬਿਪਿਨ ਰਾਵਤ ਸਾਡੇ ਵਿਚਕਾਰ ਨਹੀਂ ਰਹੇ। ਆਪਣੇ ਆਪ ਦੇ ਵਿੱਚ ਇੱਕ ਵੱਡਾ ਦੇਸ਼ ਦੀ ਸੈਨਾ ਨੂੰ ਵੱਡਾ ਘਾਟਾ ਪਿਆ ਹੈ, ਜਿਨ੍ਹਾਂ ਦੀ ਕਿ ਪਿਛਲੇ ਸਾਲ ਹੀ ਇਸ ਅਹੁਦੇ 'ਤੇ ਨਿਯੁਕਤੀ ਹੋਈ ਸੀ। 1 ਜਨਵਰੀ 2020 ਨੂੰ ਉਹਨਾਂ ਨੇ ਡਿਫੈਂਸ ਸਟਾਫ ਦੇ ਮੁਖੀ ਦੇ ਵਜੋਂ ਅਹੁਦਾ ਸੰਭਾਲਿਆ। ਉਸ ਤੋਂ ਪਹਿਲਾਂ ਉਹਨਾਂ ਨੇ ਆਰਮੀ ਚੀਫ ਦੇ ਤੌਰ 'ਤੇ ਦੇਸ਼ ਦੀ ਸੈਨਾ ਦੀ ਸੇਵਾ ਕੀਤੀ। ਉਸ ਤੋਂ ਬਾਅਦ 'ਚ ਇਹ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਕਿਉਂਕਿ ਡਿਫੈਂਸ ਸਟਾਫ 2019 ਦੇ ਵਿੱਚ ਹੀ ਬਣਾਇਆ ਗਿਆ ਸੀਗਾ। ਇਸ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਮਕਸਦ ਇਹ ਸੀਗਾ ਕਿ ਤਿੰਨਾਂ ਸੈਨਾਵਾਂ ਦੀ ਆਪਸ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਹੋ ਸਕੇ, ਤਾਲਮੇਲ ਬਣਾਇਆ ਜਾ ਸਕੇ। ਤੇ ਜਿਸ ਤੋਂ ਬਾਅਦ 'ਚ ਗਠਨ ਤੋਂ ਬਾਅਦ 'ਚ ਪਹਿਲੇ ਮੁਖੀ ਬਣੇ ਬਿਪਿਨ ਰਾਵਤ ਡਿਫੈਂਸ ਸਟਾਫ ਦੇ। ਤੇ ਬੇਹੱਦ ਦੁਖਦਾਈ ਖਬਰ ਹੈ ਪੂਰੇ ਦੇਸ਼ ਵਾਸਤੇ, ਪੂਰੀ ਦੇਸ਼ ਦੀ ਜਨਤਾ ਵਾਸਤੇ, ਸੈਨਾ ਵਾਸਤੇ, ਚਾਹੇ ਉਹ 에ਅਰਫੋਰਸ ਦੀ ਗੱਲ ਹੋਵੇ, ਚਾਹੇ ਨੇਵੀ ਦੀ ਗੱਲ ਹੋਵੇ, ਚਾਹੇ ਆਰਮੀ ਦੀ ਗੱਲ ਹੋਵੇ। ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਕਿ CDS ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਸਾਡੇ ਵਿਚਕਾਰ ਨਹੀਂ ਰਹੇ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਇਸ ਦਰਦਨਾਕ ਘਟਨਾ ਤੇ ਇਸ ਹਾਦਸੇ ਤੇ ਬਿਪਿਨ ਰਾਵਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਇਸ ਹਾਦਸੇ ਨੂੰ, ਇਸ ਦਰਦਨਾਕ ਹਾਦਸੇ ਨੂੰ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਸ਼ਬਦ ਵੀ ਥੋੜ੍ਹੇ ਰਹਿ ਜਾਂਦੇ ਨੇ, ਘੱਟ ਪੈ ਜਾਂਦੇ ਨੇ ਜਦੋਂ ਅਜਿਹਾ ਦਰਦਨਾਕ ਹਾਦਸਾ ਵਾਪਰਦਾ ਹੈ। ਇੱਕ ਬਹਾਦਰ ਦੇਸ਼ ਦੇ ਸੈਨਾ ਦੇ ਇੱਕ ਅਫਸਰ ਦੇ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ। ਪਹਿਲਾਂ ਆਰਮੀ ਚੀਫ ਰਹੇ, ਉਸ ਤੋਂ ਬਾਅਦ 'ਚ ਚੀਫ ਆਫ ਡਿਫੈਂਸ ਸਟਾਫ ਬਣੇ ਤੇ ਅੱਜ ਜਦੋਂ ਤਮਿਲਨਾਡੂ ਦੇ ਵਿੱਚ ਜਾ ਰਹੇ ਸਨ ਇੱਕ ਲੈਕਚਰ ਵਾਸਤੇ ਤੇ ਇਸੇ ਦੌਰਾਨ ਹੀ ਹੈਲੀਕਾਪਟਰ ਕ੍ਰੈਸ਼ ਹੋ ਜਾਂਦਾ ਤੇ ਇਸ ਦੌਰਾਨ ਦਰਦਨਾਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਦੀ ਹੁਣ ਪੁਸ਼ਟੀ ਹੋ ਚੁੱਕੀ ਹੈ। ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੀ ਪਤਨੀ ਦੀ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਕੁੱਲ ਬਿਪਿਨ ਰਾਵਤ ਸਮੇਤ 14 ਲੋਕ ਸਨ ਜਿਹੜੇ ਕਿ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸਨ ਜਦੋਂ ਇਹ ਹਾਦਸਾ ਵਾਪਰਦਾ ਹੈ। ਹੌਲੀ ਹੌਲੀ ਸਥਿਤੀ ਸਾਫ਼ ਹੁੰਦੀ ਹੈ, ਮੌਤਾਂ ਦੀ ਪੁਸ਼ਟੀ ਹੁੰਦੀ ਹੈ ਤੇ ਉਸ ਤੋਂ ਬਾਅਦ 'ਚ ਇਹ ਵੀ ਇਸ ਖਬਰ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦਾ ਦੇਹਾਂਤ ਹੋ ਗਿਆ, ਉਹ ਸਾਡੇ ਵਿਚਕਾਰ ਨਹੀਂ ਰਹੇ। 에ਅਰਫੋਰਸ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੋਗ ਦਾ ਮਾਹੌਲ ਹੈ, ਆਪਣੇ ਆਪ ਦੇ ਵਿੱਚ ਦੁਖਦਾਈ ਖਬਰ ਹੈ। ਇਸ ਖਬਰ ਨੂੰ ਬਿਆਨ ਕਰਦੇ ਸ਼ਬਦ ਵੀ ਨਹੀਂ ਔੜਦੇ, ਸ਼ਬਦ ਵੀ ਘੱਟ ਪੈ ਜਾਂਦੇ ਨੇ। ਇੱਕ ਵੱਡਾ ਘਾਟਾ ਦੇਸ਼ ਦੀ ਸੈਨਾ ਨੂੰ ਪਿਆ, ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਪਿਛਲੇ ਸਾਲ ਹੀ ਬਿਪਿਨ ਰਾਵਤ ਨੂੰ ਦਿੱਤੀ ਗਈ ਸੀ। ਡਿਫੈਂਸ ਸਟਾਫ ਦਾ ਮੁਖੀ ਬਣਾਇਆ ਗਿਆ, ਪਹਿਲੇ ਮੁਖੀ ਸਨ ਡਿਫੈਂਸ ਸਟਾਫ ਦੇ। ਜਦੋਂ ਡਿਫੈਂਸ ਸਟਾਫ ਦਾ ਗਠਨ ਹੁੰਦਾ ਉਸ ਤੋਂ ਬਾਅਦ 'ਚ ਪਹਿਲੇ ਮੁਖੀ ਦੇ ਵਜੋਂ ਉਹਨਾਂ ਦੀ ਨਿਯੁਕਤੀ ਹੁੰਦੀ ਹੈ, ਤੈਨਾਤੀ ਹੁੰਦੀ ਹੈ ਇਸ ਵੱਡੇ ਅਹੁਦੇ ਤੇ। ਦੇਸ਼ ਦੀਆਂ 3 ਸੈਨਾਵਾਂ ਦੇ ਉਹ ਮੁਖੀ ਸਨ ਜਿਹੜੇ ਸਾਡੇ ਵਿਚਕਾਰ ਅੱਜ ਨਹੀਂ ਰਹੇ, ਜਿਹੜੇ ਕਿ ਸਦੀਵੀ ਵਿਛੋੜਾ ਦੇ ਗਏ। ਬਿਪਿਨ ਰਾਵਤ, ਉਹਨਾਂ ਦੀ ਪਤਨੀ ਦੀ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਸੋ ਸਾਡੇ ਨਾਲ ਬ੍ਰਿਗੇਡੀਅਰ ਰਿਟਾਇਰਡ KS ਕਾਲੋਂ ਜੁੜ ਚੁੱਕੇ ਨੇ। ਕਾਲੋਂ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਦੇਸ਼ ਦੀ ਸੈਨਾ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਆਪਣੇ ਆਪ ਦੇ ਵਿੱਚ। ਸਾਡੇ ਵਾਸਤੇ ਵੀ ਇਸ ਖਬਰ ਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਹੋ ਰਿਹਾ। ਆਪਣੇ ਆਪ ਦੇ ਵਿੱਚ ਇੱਕ ਵੱਡਾ ਘਾਟਾ ਪਿਆ ਹੈ। ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਸਾਡੇ ਵਿਚਕਾਰ ਨਹੀਂ ਰਹੇ। ਉਹਨਾਂ ਦੀ ਪਤਨੀ ਦੀ ਵੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਮੈਂ ਸਮਝਾਇਆ ਬਹੁਤ ਹੀ ਦੁਖਦਾਇਕ ਇੱਕ ਟ੍ਰੈਜਿਕ ਘਟਨਾ ਵਾਪਰੀ ਹੈ ਜੋ ਕੋਈ ਸ਼ਾਇਦ ਹੀ ਕਿਤੇ ਸਾਡੇ ਇਤਿਹਾਸ, ਮਿਲਟਰੀ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਇਸ ਤਰੀਕੇ ਨਾਲ ਇਹੋ ਜਿਹੇ ਵਾਤਾਵਰਨ ਇਸ ਕਿਸਮ ਦੀ ਜਿੱਥੇ ਕਿ ਇੱਕ CDS ਪਹਿਲੇ CDS ਅਪਾਇੰਟ ਹੋਏ ਨੇ ਜੀ ਜਨਰਲ ਬਿਪਿਨ ਰਾਵਤ, ਤੋਂ ਉਹ ਬਾਕੀ ਸਟਾਫ ਦੇ ਨਾਲ 13 ਉੱਥੋਂ ਦੇ ਜਿਹੜੇ ਨਾਲ ਕੁਝ ਸੈਨਿਕ ਸੀਗੇ, ਹੋਰ ਕੌਣ ਸੀਗਾ ਵਿੱਚ, ਉਹਨਾਂ ਦੇ ਵਿੱਚ ਜ਼ਿਆਦਾਤਰ ਉਹਨਾਂ ਦੇ ਸਟਾਫ, ਕਿਉਂਕਿ ਸਟਾਫ ਕਾਲੇ ਬਲਿੰਗਟਨ ਜਾ ਰਹੇ ਸੀਗੇ ਜਿੱਥੇ ਕਿ ਉਹਨਾਂ ਨੇ ਐਡਰੈਸ ਕਰਨਾ ਸੀ। ਤੇ ਮੈਂ ਸਮਝਾਂ ਇੱਕ ਜਿਤਨੇ ਵੀ ਸਾਡੀਆਂ ਫੋਰਸਿਸ ਹੈਗੀਆਂ ਨੇ, ਮੈਂ ਆਰਮਡ ਫੋਰਸਿਸ, ਉਹਨਾਂ ਵਾਸਤੇ ਇੱਕ ਬਹੁਤ ਹੀ ਦੁਖਦਾਇਕ ਸ਼ੌਕਿੰਗ ਨਿਊਜ਼ ਹੈ। ਉਹ ਜਿੰਨਾ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਘੱਟ ਹੋਏਗਾ। ਫਿਰ ਇਹੋ ਜਿਹੇ ਹਾਲਾਤਾਂ ਦੀ ਖਾਸ ਤੌਰ 'ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮਹੀਨਾ ਹੈਗਾ ਦਸੰਬਰ ਦਾ, ਵੈਰੀ ਇੰਪੋਰਟੈਂਟ ਫਾਰ ਅਸ, ਕਿਉਂਕਿ ਇਸ ਮਹੀਨੇ ਦਸੰਬਰ 3 ਤੋਂ ਸਾਡੀ ਜੰਗ 3 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਸੀ ਪਾਕਿਸਤਾਨ ਦੇ ਨਾਲ, ਤੇ ਇਹ ਸਾਲ ਮਨਾਇਆ ਜਾ ਰਿਹਾ ਹੈ ਇੱਕ ਸਵਰਨ ਜਯੰਤੀ ਦੇ ਤੌਰ ਤੇ ਜਿਹੜਾ ਵਿਜੇ ਆਪਰੇਸ਼ਨ ਹੈ। तो मैं समझदा है कि इस महीने इस किस्म की घटना वापरी है तो बहुत ही मदभागा है और
ਹੁਣ ਕਿਹੜੇ ਪਹਿਲੂ ਇਹ 'ਚ ਸਾਹਮਣੇ ਆਉਣਗੇ, ਇਨਕੁਆਇਰੀ ਤੋਂ ਬਾਅਦ ਪਤਾ ਚੱਲੇਗਾ। ਇਹ 'ਚ ਕਈ ਚੀਜ਼ਾਂ ਹੋ ਸਕਦੀਆਂ। ਦੇਖੋ ਹੈਲੀਕਾਪਟਰ ਤੇ ਬਹੁਤ ਵਧੀਆ ਹੈਲੀਕਾਪਟਰ 2-2.5 ਸਾਲ ਹੋਏ ਨੇ ਹੈਲੀਕਾਪਟਰ ਇੰਟਰ ਕੀਤਾ ਸਰਵਿਸਿਜ਼ ਤੇ। ਕੋਈ ਪੁਰਾਣਾ ਕੋਈ ਨਹੀਂ ਹੁੰਦਾ ਜਾਂ ਕੋਈ ਹੋਰ ਮੇਕਅਪ ਸੀਰੀਜ਼ ਵਾਲੇ 21 ਵਗੈਰਾ ਹੁੰਦਾ ਹੈ ਤੇ ਤੇ ਗੱਲ ਹੋਰ ਸੀ ਪੁਰਾਣੇ। ਆਹ ਹੈਲੀਕਾਪਟਰ ਹੈ ਨਵੇਂ ਆਏ ਨੇ, VIP ਵਾਸਤੇ ਨੇ ਯੂਜ਼ ਹੋते ਆਮ ਤੌਰ पर। ਕਾਰਗੋ ਵੀ ਹੈ, ਸਮਾਨ ਵੀ ਜਾਂਦਾ ਹੈ, ਹਥਿਆਰ ਵੀ ਜਾਂਦੇ ਨੇ, ਸਭ ਕੋਈ ਪਰਸਨਲ ਵੀ ਟਰੈਵਲ ਕਰਦੇ ਨੇ, ਬਹੁਤ ਸਾਰੇ ਆਪਰੇਸ਼ਨ ਵੀ ਇਹਨੂੰ ਦਿੱਤੇ ਜਾਂਦੇ ਨੇ। ਮਗਰ ਇਸ ਕਿਸਮ ਦੀ ਕਰਨਾ ਖਾਸ ਤੌਰ ਪਰ ਜਦੋਂ ਕਿ ਇਹਦਾ ਪਾਇਲਟ ਜਿਹੜਾ ਸੀ ਬੜਾ ਵੈਲ ਕੁਆਲੀਫਾਈਡ ਪਾਇਲਟ, ਕਿਉਂਕਿ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਖਰਾਬ ਤੋਂ ਖਰਾਬ ਮੌਸਮ ਦੇ ਵਿੱਚ ਵੀ ਫਲਾਈ ਕਰਨਾ ਹੁੰਦਾ ਹੈ ਤੇ ਜੋ VIP ਨੂੰ ਫਲਾਈ ਕਰਨਾ ਹੁੰਦਾ ਤਾਂ ਇੱਕ ਪ੍ਰੋਸੀਜਰ ਹੈਗਾ, ਜੈਸੇ ਕਿ ਮਾਸਟਰ ਗ੍ਰੀਨ ਪਾਇਲਟ, ਸਭ ਤੋਂ ਬੈਸਟ ਪਾਇਲਟ ਚੁਣੇ ਜਾਂਦੇ ਨੇ। ਤੇ ਇਸ ਵੇਲੇ ਵੀ ਇਹਨਾਂ ਦੇ ਨਾਲ ਵੀ ਗਰੁੱਪ ਕੈਪਟਨ ਸੀਗੇ ਜੋ ਕਿ ਸ਼ੌर्य ਚੱਕਰ ਪ੍ਰਾਪਤ ਸੀ, ਮੈਨੂੰ ਇਹਨਾਂ ਜਿਹੜਾ ਪਤਾ ਚੱਲਿਆ ਚੈਨਲਾਂ ਦੇ ਥਰੂ ਹੀ। ਤੇ ਮੈਂ ਸਮਝਦਾ ਹਾਂ ਇਹਦੇ 'ਚ ਕੋਈ ਨਾ ਕੋਈ ਕਈ ਨੁਕਤੇ ਸਾਹਮਣੇ ਆਉਣਗੇ। कैबिनेट कमेटी ऑन मीटिंग सिक्योरिटी ऑन मीटिंग टुडे, अभी तो पता चल जाएगा कि कल शायद रक्षा मंत्री बयान भी देंगे पार्लियामेंट। इस वास्ते इस वेले कहना बहुत मुश्किल है कि टेक्निकल फेलियर भी हो सकता है, इसमें कोई शक नहीं है, ह्यूमन फेलियर भी हो सकता है, या क्लाइमेटिक कंडीशंस उस पासे मौसम खराब, ठीक है, तमिलनाडु साइड में कन्नूर से लेकर वेलिंगटन। तो इस वास्ते सारिया चीज़ां जड़ियां ने ये इंक्वायरी तो बाद पता चल गया। बात बहुत ही देश वास्ते भी फौज वास्ते भी बहुत ही मदभाग है जी। और ठीक है, दुख का प्रगटावा ठीक है कड़ो साहब, ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸੋ ਵਾਕਈ ਦੁਖਦਾਈ ਖਬਰ ਹੈ ਪੂਰੇ ਦੇਸ਼ ਵਾਸਤੇ, ਦੇਸ਼ ਦੀ ਸੈਨਾ ਵਾਸਤੇ। ਅੱਜ ਉਹ ਬਹਾਦਰ ਅਫਸਰ ਜਿਸ ਅਫਸਰ ਨੇ ਸੈਨਾ ਮੁਖੀ ਦੇ ਤੌਰ ਤੇ, ਆਰਮੀ ਚੀਫ ਦੇ ਤੌਰ ਤੇ ਦੇਸ਼ ਦੀ ਸੇਵਾ ਕੀਤੀ, ਉਸ ਤੋਂ ਬਾਅਦ ਚ ਚੀਫ ਆਫ ਡਿਫੈਂਸ ਸਟਾਫ ਦੇ ਵਜੋਂ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਤੇ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ। ਵੱਖ-ਵੱਖ ਨੇਤਾਵਾਂ ਦੇ ਵੱਲੋਂ, ਵੱਖ-ਵੱਖ ਆਗੂਆਂ ਦੇ ਵੱਲੋਂ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਵੀ ਟਵੀਟ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਕਿਉਂਕਿ ਅਜਿਹੀ ਘਟਨਾ ਨੂੰ, ਅਜਿਹੇ ਹਾਦਸੇ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਹੈ, ਕਿਉਂਕਿ ਇੱਕ ਵੱਡੇ ਬਹਾਦਰ ਸਪੂਤ, ਬਹਾਦਰ ਅਫਸਰ ਨੂੰ ਅੱਜ ਦੇਸ਼ ਨੇ ਖੋਹ ਲਿਆ ਇੱਕ ਦਰਦਨਾਕ ਹਾਦਸੇ ਦੇ ਵਿੱਚ, ਜਿਹੜਾ ਕਿ ਦਰਦਨਾਕ ਹਾਦਸਾ ਵਾਪਰਿਆ ਤਮਿਲਨਾਡੂ ਦੇ ਵਿੱਚ ਹੈਲੀਕਾਪਟਰ ਕ੍ਰੈਸ਼ ਹੋਇਆ ਤੇ ਇਸੇ ਹਾਦਸੇ ਦੌਰਾਨ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਉਸ ਵੇਲੇ, ਹਾਦਸੇ ਵੇਲੇ ਹੈਲੀਕਾਪਟਰ ਦੇ ਵਿੱਚ ਸਵਾਰ ਸਨ, ਉਹਨਾਂ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਜਿਵੇਂ ਕਿ ਸਾਡੇ ਨਾਲ ਬ੍ਰਿਗੇਡੀਅਰ ਰਿਟਾਇਰਡ KS ਕਾਲੋਂ ਜੁੜੇ ਸਨ, ਉਹਨਾਂ ਨੇ ਵੀ ਕਿਹਾ ਕਿ ਅਜਿਹੇ ਹਾਦਸੇ ਨੂੰ, ਅਜਿਹੀ ਦਰਦਨਾਕ ਘਟਨਾ ਨੂੰ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਵੱਡਾ ਘਾਟਾ ਕਿਹਾ ਜਾ ਸਕਦਾ ਹੈ ਦੇਸ਼ ਦੀ ਸੈਨਾ ਨੂੰ, ਤਿੰਨਾਂ ਸੈਨਾਵਾਂ ਨੂੰ, ਕਿਉਂਕਿ 3 ਫੋਰਸਿਸ ਜਿਹੜੀਆਂ ਨੇ, ਤਿੰਨੇ ਸੈਨਾਵਾਂ ਨੇ, ਉਹਨਾਂ ਸੈਨਾਵਾਂ ਦੇ ਉਹ ਮੁਖੀ ਸਨ, ਪਹਿਲੇ ਮੁਖੀ ਬਣੇ ਉਹ ਡਿਫੈਂਸ ਸਟਾਫ ਦੇ। ਤੇ ਅੱਜ ਜਦੋਂ ਉਹ ਤਮਿਲਨਾਡੂ ਦੇ ਵਿੱਚ ਜਾ ਰਹੇ ਸਨ ਆਪਣੀ ਪਤਨੀ ਦੇ ਨਾਲ, ਆਪਣੇ ਸਟਾਫ ਮੈਂਬਰਾਂ ਦੇ ਨਾਲ, ਇਸੇ ਦੌਰਾਨ ਹੀ ਹੈਲੀਕਾਪਟਰ ਕ੍ਰੈਸ਼ ਹੁੰਦਾ ਹੈ। ਹਾਲਾਂਕਿ ਜਾਂਚ ਦਾ ਵਿਸ਼ਾ ਹੈ, ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ ਕਿ ਆਖਰ ਕਿਹੜੇ ਉਹ ਕਾਰਨ ਰਹੇ ਜਿਹੜੇ ਕਾਰਨਾਂ ਕਰਕੇ ਦਰਦਨਾਕ ਹਾਦਸਾ ਵਾਪਰਿਆ ਤੇ ਇਸੇ ਹਾਦਸੇ ਨੇ ਚੀਫ ਆਫ ਡਿਫੈਂਸ ਸਟਾਫ ਨੂੰ ਖੋਹ ਲਿਆ, ਸਾਡੇ ਵਿਚਕਾਰ ਜੋ ਨਹੀਂ ਰਹੇ। ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ, ਹੌਲੀ ਹੌਲੀ ਸਾਫ਼ ਹੋਵੇਗਾ ਕਿ ਆਖਰਕਾਰ ਕਿਹੜੇ ਕਾਰਨਾਂ ਕਰਕੇ ਦਰਦਨਾਕ ਹਾਦਸਾ ਵਾਪਰਿਆ। ਪਰ ਅੱਜ ਪੂਰਾ ਦੇਸ਼ ਦੀ ਸੈਨਾ ਗਮ ਦੇ ਵਿੱਚ ਡੁੱਬੀ ਹੋਈ ਹੈ, ਗਮ ਦਾ ਮਾਹੌਲ ਹੈ, ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। CM ਚਰਨਜੀਤ ਚੰਨੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ, ਉਹਨਾਂ ਨੇ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਸੋ ਆਪਣੇ ਆਪ ਦੇ ਵਿੱਚ ਦੁਖਦਾਈ ਖਬਰ ਹੈ, ਸ਼ਬਦਾਂ ਦੇ ਵਿੱਚ ਬਿਆਨ ਕਰਨਾ ਵੀ ਇਸ ਖਬਰ ਨੂੰ, ਇਸ ਘਟਨਾ ਨੂੰ ਮੁਸ਼ਕਿਲ ਹੈ, ਕਿਉਂਕਿ ਪਹਿਲਾਂ ਆਰਮੀ ਚੀਫ ਦੇ ਤੌਰ ਤੇ, ਫੌਜ ਮੁਖੀ ਦੇ ਤੌਰ ਤੇ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਤੇ ਉਹਨਾਂ ਦੇ ਕਾਰਜਕਾਲ ਨੂੰ ਕਿਤੇ ਨਾ ਕਿਤੇ ਦੇਖਦੇ ਹੋਏ ਵੱਡੀ ਜ਼ਿੰਮੇਵਾਰੀ ਦਿੱਤੀ ਗਈ। 2019 ਦੇ ਵਿੱਚ ਡਿਫੈਂਸ ਸਟਾਫ ਦਾ ਗਠਨ ਕੀਤਾ ਗਿਆ। ਹਾਲਾਂਕਿ ਡਿਫੈਂਸ ਸਟਾਫ ਨੂੰ ਲੈ ਕੇ ਮੰਗ ਪਹਿਲਾਂ ਤੋਂ ਹੀ ਉੱਠ ਰਹੀ ਸੀ ਤੇ ਆਖਰਕਾਰ ਮੋਦੀ ਸਰਕਾਰ ਨੇ 2019 ਦੇ ਵਿੱਚ ਇਸ ਤੇ ਮੁਹਰ ਲਗਾਈ ਤੇ ਪਹਿਲੇ ਮੁਖੀ ਦੇ ਵਜੋਂ ਚੁਣਿਆ ਗਿਆ ਬਿਪਨ ਰਾਵਤ, ਜਿਹੜੇ ਕਿ ਪਹਿਲਾਂ ਆਰਮੀ ਚੀਫ ਦਾ ਉਹਨਾਂ ਦਾ ਤਜਰਬਾ ਸੀ, ਆਰਮੀ ਚੀਫ ਰਹਿ ਚੁੱਕੇ ਸਨ ਤੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਣੇ ਬਿਪਨ ਰਾਵਤ। ਤੇ ਅੱਜ ਬੇਹੱਦ ਦੁਖਦਾਈ ਖਬਰ ਕਿ ਬਿਪਨ ਰਾਵਤ ਤੇ ਉਹਨਾਂ ਦੀ ਪਤਨੀ ਸਾਡੇ ਵਿਚਕਾਰ ਨਹੀਂ ਰਹੇ। ਸੋ ਵੱਖ-ਵੱਖ ਆਗੂਆਂ ਦੇ ਵੱਲੋਂ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਟਵੀਟ ਕੀਤਾ ਹੈ, ਉੱਥੇ CM ਚਰਨਜੀਤ ਚੰਨੀ ਦੇ ਵੱਲੋਂ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਪਣੇ ਆਪ ਦੇ ਵਿੱਚ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਦੇਸ਼ ਦੀ ਸੈਨਾ ਨੂੰ ਵੱਡਾ ਘਾਟਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਵੀ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
क्योंकि जिथे हादसा दुखदाई है, जिथे कि असीं देश के बहादुर जवानों को खो लिया, उत्थे ही एक बहादुर अफसर को खो लिया जिहड़ा कि जिन्होंने कि आर्मी चीफ के तौर पर देश की सेवा की, उस तो बाद चीफ ऑफ डिफेंस स्टाफ बन के देश की सेवा कर रहे सन। पर अज वो बहादुर अफसर जनरल बिपिन रावत तो उन्होंने पत्नी साडे विचकार नहीं रहे। अरविंद केजरीवाल ने भी ट्वीट करते हुए डूंघे दुख का प्रगटावा किया है। बेहद दुखदाई हादसा उन्होंने कहा कि बहुत दुखांतक हादसा है, परमात्मा आत्मावां नूं शांति बख्शे। दिल्ली के मुख्यमंत्री अरविंद केजरीवाल ने ट्वीट करते कहा गया, उन्होंने कहा कि बहुत दुखांतक, वाकई दुखांतक है, दुखदाई है। इस हादसे नूं, इस घटना नूं वाकई शब्दों के विच बयान करना भी बड़ा मुश्किल है। उत्थे भी खबर सामने आ रही है कि कल दिल्ली दे विच बिपिन रावत का अंतिम संस्कार किया जाएगा। कल नूं उन्हां दी इत्थे मृतक देह लिआंदी जाएगी, अंतिम संस्कार किया जाएगा। अज पूरा देश की सेना, तिन्ने सेनावां गम दे विच डुੱਬੀਆਂ होईयां ने। दुखदाई माहौल है। वख-वख आगूआं दे वल्लों ट्वीट करते हुए डूंघे दुख का प्रगटावा किया जा रहा है, क्योंकि अज चीफ ऑफ डिफेंस स्टाफ जिहड़े कि इस तो पहला आर्मी चीफ सन बिपिन रावत वो साडे विचकार नहीं रहे। फिलहाल रोक रहे हैं छोटी जी ब्रेक लिए, जल्द हाजिर होने इस ब्रेक तो बाद।